ਗੁੱਡ ਮਾਰਨਿੰਗ ਸਟੂਡੈਂਟਸ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਪਿਛਲੀ ਕਲਾਸ ਵਿੱਚ ਆਪਾਂ ਇਕਾਂਗੀ ਜ਼ਫਰਨਾਮਾ ਤੱਕ ਪੜ੍ਹੀ ਸੀ ਕਿ ਔਰੰਗਜ਼ੇਬ ਦੀ ਪਤਨੀ ਹੈ ਜਿਹੜੀ ਉਹ ਹਕੀਮ ਨੂੰ ਬੁਲਾਉਂਦੀ ਹੈ। ਉਹਨੂੰ ਲੱਗਦਾ ਹੈ ਕਿ ਔਰੰਗਜ਼ੇਬ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਉਹ ਪਰੇਸ਼ਾਨ ਹੈ। ਉਸ ਲਈ ਕੋਈ ਦਵਾਈ ਬੂਟੀ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਹਕੀਮ ਉਸਨੂੰ ਦਵਾਈ ਦਿੰਦਾ ਹੈ। ਪਰ ਔਰੰਗਜ਼ੇਬ ਹੈ, ਉਸਨੂੰ ਕਿਸੇ 'ਤੇ ਵਿਸ਼ਵਾਸ ਹੀ ਨਹੀਂ। ਉਹਨੂੰ ਐਂ ਲੱਗਦਾ ਹੈ ਕਿ ਕਿਤੇ ਹਕੀਮ ਵੀ ਮੈਨੂੰ ਮਾਰਨਾ ਤਾਂ ਨਹੀਂ ਚਾਹੁੰਦਾ। ਉਸਨੂੰ ਲੱਗਦਾ ਹੈ ਕਿ ਸਾਰੇ ਮੇਰੇ ਵਿਰੁੱਧ ਛੜਯੰਤਰ ਰਚ ਰਹੇ ਹਨ, ਉਹ ਮੈਨੂੰ ਮਾਰਨਾ ਚਾਹੁੰਦੇ ਹਨ। ਆਓ ਆਪਾਂ ਇਕਾਂਗੀ ਅੱਗੇ ਪੜ੍ਹੀਏ। ਔਰੰਗਜ਼ੇਬ ਕਹਿੰਦਾ ਹੈ, ਬੇਟੀ ਆਹ ਦਵਾ ਰੱਖ ਲੈ, ਮੈਂ ਠਹਿਰ ਕੇ ਖਾਵਾਂਗਾ। ਤਸ਼ਰੀਫ ਲਿਜਾ ਸਕਦੇ ਹੋ, ਤੁਸੀਂ ਜਾ ਸਕਦੇ ਹੋ। ਹਕੀਮ ਝੁੱਕ ਕੇ ਜੋ ਹੁਕਮ ਜਾਂ ਪਨਾ। ਔਰੰਗਜ਼ੇਬ ਬੇਗਮ ਨੂੰ, ਆਪ ਦੀ ਸਿਹਤ ਵੀ ਠੀਕ ਨਹੀਂ ਹੈ, ਜਾਓ ਆਰਾਮ ਕਰੋ। ਬੇਗਮ ਅਪਮਾਨ ਅਨੁਭਵ ਕਰਦੀ ਹੈ, ਜੋ ਹੁਕਮ ਜਾਂ ਪਨਾ। ਉਹਨੂੰ ਲੱਗਦਾ ਹੈ ਕਿ ਕਿਤੇ ਔਰੰਗਜ਼ੇਬ ਮੇਰੀ ਇਨਸਲਟ ਕਰ ਰਿਹਾ ਹੈ। ਔਰੰਗਜ਼ੇਬ, ਬੇਟੀ ਜੀਨਤ ਥੋੜ੍ਹਾ ਜਿਹਾ ਗਰਮ ਪਾਣੀ ਮੰਗਵਾ। ਜੀਨਤ ਉਸਦੀ ਫੀਲਿੰਗਸ ਨੂੰ ਸਮਝਦੀ ਹੈ ਅਤੇ ਕਹਿੰਦੀ ਹੈ, ਅੱਬਾ ਜਾਨ ਮੈਂ ਆਪ ਲੈ ਕੇ ਆਉਂਦੀ ਹਾਂ। ਔਰੰਗਜ਼ੇਬ ਕੁਝ ਚਿਰ ਦਰਵਾਜ਼ੇ ਵੱਲ ਦੇਖਦਾ ਰਹਿੰਦਾ ਹੈ। ਔਰੰਗਜ਼ੇਬ ਕਹਿੰਦਾ ਹੈ, ਅਸਦ ਖਾਨ ਤੂੰ ਮੇਰਾ ਆਹਲਾ ਪਹਿਲੇ ਨੰਬਰ ਦਾ ਅਹਿਲਕਾਰ ਸਲਾਹਕਾਰ ਹੀ ਨਹੀਂ, ਦਿਲੀ ਦੋਸਤ ਵੀ ਹੈ। ਮੈਂ ਦਿਲ ਤੋਂ ਤੈਨੂੰ ਦੋਸਤ ਮੰਨਦਾ ਹਾਂ। ਬੇਸ਼ੱਕ ਕਈ ਰਾਜ ਮੈਂ ਤੇਰੇ ਪਾਸੋਂ ਵੀ ਲੁਕਾ ਕੇ ਰੱਖਦਾ ਹਾਂ। ਇਹ ਨਹੀਂ ਹੈ ਕਿ ਮੈਂ ਸਾਰੀਆਂ ਗੱਲਾਂ ਤੈਨੂੰ ਦੱਸਦਾ ਹਾਂ। ਕੁਛ ਜਿਹੜੇ ਰਹੱਸ ਹੈ ਮੈਂ ਤੇਰੇ ਪਾਸੋਂ ਵੀ ਛੁਪਾ ਕੇ ਰੱਖੇ ਹੋਏ ਹਨ। ਰਾਜ਼ ਰਹੱਸ ਲੁਕਾ ਕੇ ਛਿਪਾ ਕੇ, ਪਰ ਅੱਜ ਆਪਣੇ ਦਿਲ ਦਾ ਭੇਤ ਤੇਰੇ ਸਾਹਮਣੇ ਜ਼ਾਹਰ ਪੇਸ਼ ਕਰਦਾ ਹਾਂ, ਤੈਨੂੰ ਦੱਸਦਾ ਹਾਂ। ਅਸਦ ਖਾਨ, ਹਜ਼ੂਰ ਦੀ ਜ਼ਰਾ ਨਵਾਜ਼ੀ ਤੁਹਾਡੀ ਮਿਹਰਬਾਨੀ ਹੈ। ਔਰੰਗਜ਼ੇਬ, ਮੈਂ ਆਪਣੀ ਕਮਜ਼ੋਰੀ ਕਿਸੇ ਸਾਹਮਣੇ ਜ਼ਾਹਰ ਪੇਸ਼ ਨਹੀਂ ਕਰਨਾ ਚਾਹੁੰਦਾ, ਦੱਸਣਾ ਨਹੀਂ ਚਾਹੁੰਦਾ। ਤੇਰੇ ਉੱਤੇ ਮੈਨੂੰ ਮੁਕੰਮਲ ਭਰੋਸਾ ਹੈ। ਬਿਲਕੁਲ ਭਰੋਸਾ, ਯਕੀਨ ਹੈ। ਤੂੰ ਮੈਨੂੰ ਜ਼ਰੂਰ ਸਹੀ ਸਲਾਹ ਦੇਵੇਂਗਾ। ਅਸਦ ਖਾਨ, ਜਾਂ ਪਨਾਹ ਜਲਦੀ ਆਪਣੇ ਦਿਮਾਗ ਦਾ ਭਾਰ ਹੌਲਾ ਕਰੋ। ਔਰੰਗਜ਼ੇਬ, ਦੋਸਤ ਸੱਚ ਤਾਂ ਇਹ ਹੈ ਕਿ ਜ਼ਿੰਦਗੀ ਭਰ ਮੈਂ ਇਤਨਾ ਪਰੇਸ਼ਾਨ ਨਹੀਂ ਹੋਇਆ ਜਿਤਨਾ ਇੱਕ ਰਾਤ ਵਿੱਚ। ਨਾ ਹੀ ਅੱਜ ਤੱਕ ਕਿਸੇ ਨੇ ਮੇਰੀ ਜ਼ਮੀਰ ਨੂੰ ਇੰਨਾ ਝੰਜੋੜਿਆ। ਅੱਜ ਤੱਕ ਕੋਈ ਵੀ ਅਜਿਹਾ ਨਹੀਂ ਹੋਇਆ ਜਿਹਨੇ ਮੇਰੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੋਵੇ, ਹਲੂਣ ਕੇ ਰੱਖ ਦਿੱਤਾ ਹੋਵੇ, ਮਤਲਬ ਆਤਮਾ 'ਤੇ ਚੋਟ ਕੀਤੀ ਹੋਵੇ। ਅਸਦ ਖਾਨ ਉਤਸੁਕਤਾ ਨਾਲ, ਕੱਲ੍ਹ ਅਜਿਹਾ ਕਿਹੜਾ ਘਟਨਾ ਹੋਈ? ਔਰੰਗਜ਼ੇਬ, ਕੱਲ੍ਹ ਪੰਜਾਬ ਤੋਂ ਦਇਆ ਸਿੰਘ ਨਾਂ ਦਾ ਇੱਕ ਸਿੱਖ ਆਪਣੇ ਪੀਰ ਗੋਬਿੰਦ ਸਿੰਘ ਦਾ ਖਤ ਲੈ ਕੇ ਮਿਲਿਆ। ਅਸਦ ਖਾਨ, ਇਹ ਤਾਂ ਮੈਂ ਵੀ ਸੁਣਿਆ ਹੈ। ਔਰੰਗਜ਼ੇਬ ਸ਼ੱਕ ਨਾਲ, ਕਿਆ ਤੂੰ ਉਸ ਖਤ ਦੇ ਮਜ਼ਮੂਨ ਬਾਰੇ ਵੀ ਕੁਝ ਸੁਣਿਆ ਹੈ? ਮਜ਼ਮੂਨ, ਵਿਸ਼ਾ, ਵੀ ਉਹ ਖਤ ਦਾ ਟੌਪਿਕ ਕੀ ਹੈ, ਕਿਸ ਚੀਜ਼ ਨੂੰ ਲੈ ਕੇ ਉਹ ਖਤ ਲਿਖਿਆ ਗਿਆ ਹੈ। ਅਸਦ ਖਾਨ ਡਰ ਕੇ, ਨਹੀਂ ਜਾਂ ਪਨਾਹ, ਬਸ ਇਹੋ ਸੁਣਿਆ ਸੀ ਕਿ ਉਸ ਸਿੰਘ ਨੂੰ ਕਈ ਮਹੀਨੇ ਇੰਤਜ਼ਾਰ ਕਰਨੀ ਪਈ ਮੁਲਾਕਾਤ ਲਈ। ਇਹ ਸੁਣਿਆ ਸੀ ਕਿ ਉਹਨੇ ਕਈ ਮਹੀਨੇ ਵੇਟ ਕੀਤੀ ਤੁਹਾਨੂੰ ਮਿਲਣ ਲਈ। ਔਰੰਗਜ਼ੇਬ, ਕਿਉਂਕਿ ਉਹ ਆਪਣੇ ਹੱਥਾਂ ਨਾਲ ਖਤ ਮੈਨੂੰ ਦੇਣਾ ਚਾਹੁੰਦਾ ਸੀ। ਉਹਨੇ ਵੇਟ ਇਸ ਕਰਕੇ ਕੀਤੀ ਕਿਉਂਕਿ ਉਹ ਖੁਦ ਮਿਲਣਾ ਚਾਹੁੰਦਾ ਸੀ ਮੈਨੂੰ, ਆਪਣੇ ਹੱਥ ਨਾਲ ਖਤ ਦੇਣਾ ਚਾਹੁੰਦਾ ਸੀ। ਅਸਦ ਖਾਨ, ਜਾਂ ਪਨਾਹ। ਅਸਦ ਖਾਨ, ਫਿਰ ਤਾਂ ਹਜ਼ੂਰ ਖਾਸ ਪੈਗਾਮ ਹੋਵੇਗਾ। ਔਰੰਗਜ਼ੇਬ, ਹਾਂ, ਖਾਸ ਇੱਕ ਜ਼ਫਰਨਾਮਾ, ਖਾਸ ਤੋਂ ਵੀ ਖਾਸ ਇੱਕ ਖਤ, ਚਿੱਠੀ। ਅਸਦ ਖਾਨ, ਜਾਂ ਪਨਾਹ। ਉਸ ਖਤ ਵਿੱਚ
ऐसी ਕਿਹੜੀ ਗੱਲ ਹੈ ਜੋ ਹਜ਼ੂਰ ਦੇ ਦਿਮਾਗ ਨੂੰ ਇਤਨਾ ਪਰੇਸ਼ਾਨ ਕਰ ਰਹੀ ਹੈ। ਉਹ ਖੱਤ ਕਿਸ ਚੀਜ਼ ਬਾਰੇ ਹੈ ਕਿ ਤੁਹਾਡਾ ਦਿਮਾਗ ਇੰਨਾ ਪਰੇਸ਼ਾਨ ਹੈ। ਔਰੰਗਜ਼ੇਬ, ਉਸ ਵਿੱਚ ਸਿੱਖਾਂ ਦੇ ਪੀਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਬੇਬਾਕੀ ਨਾਲ ਮਤਲਬ ਬਿਨਾਂ ਕਿਸੇ ਡਰ ਦੇ ਮੈਨੂੰ ਲਾਨਤਾਂ ਪਾਈਆਂ ਹਨ, ਮੈਨੂੰ ਡਾਂਟਿਆ ਹੈ ਕਿ ਮੇਰੀ ਜ਼ਮੀਰ ਥਰਥਰਾ ਗਈ, ਮੇਰੀ ਆਤਮਾ ਕੰਬ ਗਈ, ਮੇਰਾ ਵਜੂਦ ਪਿੰਜਿਆ ਗਿਆ। ਪਤਾ ਨਹੀਂ ਮੇਰਾ ਸਰੀਰ ਵੀ ਹੈ ਜਿਹੜਾ ਉਹ ਐਂ ਲੱਗਦਾ ਹੈ ਕਿਸੇ ਨੇ ਨਿਚੋੜ ਦਿੱਤਾ ਹੋਵੇ। ਪਤਾ ਨਹੀਂ ਉਸ ਦਾ ਜ਼ਿਹਨ ਉੱਤੇ ਕਿਆ ਅਸਰ ਹੋਇਆ, ਜ਼ਿਹਨ ਆਤਮਾ ਉੱਤੇ ਕੀ ਅਸਰ ਹੋਇਆ। ਸਾਰੀ ਰਾਤ ਇੱਕ ਪਲ ਨੀਂਦ ਨਹੀਂ ਆਈ। ਸਵੇਰ ਸਾਰ ਜ਼ਰਾ ਅੱਖ ਲੱਗੀ ਤਾਂ ਐਸਾ ਖੌਫਨਾਕ ਦਰਦ, ਡਰਾਵਨਾ ਖਾਬ ਸੁਪਨਾ ਆਇਆ ਜੋ ਬਿਆਨੋਂ ਬਾਹਰ ਹੈ, ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ। ਅਸਦ ਖਾਨ, ਅੱਲਾ ਦੇ ਆਸ਼ਕਾਂ ਨੂੰ ਕਿਸੇ ਦਾ ਡਰ ਭੈ ਨਹੀਂ ਹੁੰਦਾ। ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਆ ਨਾ, ਅੱਲਾ ਦੇ ਆਸ਼ਕ ਪਰਮਾਤਮਾ ਨੂੰ ਪਿਆਰ ਕਰਨ ਵਾਲੇ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ। ਖਰੀਆਂ ਲਿਖ ਦਿੱਤੀਆਂ ਹੋਣਗੀਆਂ ਜੋ ਹਜ਼ੂਰ ਦੀ ਜ਼ਮੀਰ ਨੂੰ ਟੁੰਬ ਰਹੀਆਂ ਹਨ, ਜੋ ਜਾ ਕੇ ਹਜ਼ੂਰ ਦੇ ਮਤਲਬ ਤੁਹਾਡੇ ਆਤਮਾ ਨੂੰ ਜਾ ਕੇ ਲੱਗੀਆਂ ਹਨ। ਔਰੰਗਜ਼ੇਬ, ਦੋਸਤ ਸੱਚ ਜਾਣ, ਅੱਜ ਤੱਕ ਕਿਸੇ ਨੇ ਮੇਰੇ ਅਕੀਦੇ ਅਸੂਲਾਂ ਔਰ ਅਮਲਾਂ ਦੀ ਐਸੀ ਨਖੇਦੀ ਮਨਾਹੀ ਨਹੀਂ ਕੀਤੀ ਸੀ ਕਿ ਅੱਜ ਤੱਕ ਕੋਈ ਬੰਦਾ ਪੈਦਾ ਹੀ ਨਹੀਂ ਹੋਇਆ ਜਿਹਨੇ ਮੇਰੇ ਅਸੂਲਾਂ ਬਾਰੇ ਔਰ ਮੇਰੇ ਰੂਲ ਲਾਗੂ ਕਰਨ ਬਾਰੇ ਕੋਈ ਇਹੋ ਜਿਹੀ ਗੱਲ ਕੀਤੀ ਹੋਵੇ। ਉਸ ਦੇ ਜ਼ਫਰਨਾਮੇ ਨੇ ਮੇਰੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਹੈ, ਮੈਨੂੰ ਝੰਜੋੜ ਦਿੱਤਾ ਹੈ। ਅਸਦ ਖਾਨ, ਇਹ ਤਾਂ ਸਭ ਮੰਨਦੇ ਹਨ ਕਿ ਉਹ ਅਜ਼ਮਤ ਵਾਲਾ ਪੀਰ ਹੈ, ਅਜ਼ਮਤ ਚਮਤਕਾਰ ਵਾਲਾ ਪੀਰ ਹੈ। ਹਜ਼ੂਰ ਨੂੰ ਯਾਦ ਹੋਵੇਗਾ ਕਿ ਫੌਜਦਾਰ ਸੈਦ ਖਾਂ ਤੇ ਰਮਜ਼ਾਨ ਖਾਂ ਉਸ ਪੀਰ ਨਾਲ ਜਾ ਰਲੇ ਸਨ, ਉਸ ਨਾਲ ਮਿਲ ਗਏ ਸਨ। ਮੈਂ ਸਮਝ ਨਹੀਂ ਸਕਿਆ ਇਸ ਵਿੱਚ ਦਿਲ 'ਤੇ ਲਾਉਣ ਵਾਲੀ ਕਿਹੜੀ ਗੱਲ ਹੈ, ਇਸ ਨੂੰ ਮਹਿਸੂਸ ਕਰਨ ਵਾਲੀ ਕਿਹੜੀ ਗੱਲ ਹੈ। ਵਜ਼ੀਰ ਖਾਨ, ਔਰੰਗਜ਼ੇਬ ਕਹਿੰਦਾ, ਵਜ਼ੀਰ ਖਾਨ ਨੇ ਮੇਰੇ ਨਾਂ 'ਤੇ ਪਹਿਲਾਂ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ, ਫਿਰ ਉਸ ਪੀਰ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ, ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ ਔਰ ਲੜਾਈ ਵਿੱਚ ਉਸਦੇ ਬੇਟੇ ਮਾਰੇ ਗਏ। ਔਰੰਗਜ਼ੇਬ ਕਹਿੰਦਾ, ਮੇਰੇ ਦਿਲ ਨੂੰ ਪਤਾ ਕੀ ਗੱਲ ਲੱਗੀ ਕਿ ਵਜ਼ੀਰ ਖਾਨ ਨੇ ਮੇਰੇ ਨਾਮ 'ਤੇ ਝੂਠੀਆਂ ਕਸਮਾਂ ਖਾ ਲਈਆਂ, ਫਿਰ ਉਸ ਤੋਂ ਅਨੰਦਪੁਰ ਛੁਡਵਾ ਲਿਆ, ਹੋਰ ਤਾਂ ਹੋਰ ਪਿੱਛੋਂ ਦੀ ਹਮਲਾ ਕਰਤਾ ਅਤੇ ਉਹਦੇ ਹਮਲੇ ਵਿੱਚ, ਉਸ ਲੜਾਈ ਵਿੱਚ ਉਸਦੇ 2 ਪੁੱਤਰ ਮਾਰੇ ਗਏ। ਅਸਦ ਖਾਨ ਦਿਲੋਂ ਦੁੱਖ ਮਹਿਸੂਸ ਕਰਦਾ ਹੋਇਆ, ਬਹੁਤ ਬੁਰੀ ਖਬਰ ਹੈ, ਫਕੀਰਾਂ ਦੀ ਬਦਦੁਆ ਤੋਂ ਖੁਦਾ ਬਚਾਏ। ਜਿਹੜੇ ਫਕੀਰ ਹੁੰਦੇ ਆ ਨਾ, ਸੱਚੇ ਸੰਤ ਹੁੰਦੇ ਆ, ਉਹਨਾਂ ਦੀ ਬਦਦੁਆ, ਬੁਰੀ ਦੁਆ ਤੋਂ ਪਰਮਾਤਮਾ ਹੀ ਬਚਾਏ। ਔਰੰਗਜ਼ੇਬ, ਅੰਦਰੂਨੀ ਡਰ ਨਾਲ, ਬੇਸ਼ੱਕ ਭਾਵੇਂ ਮੈਂ ਉਸ ਦੇ ਬਾਪ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ ਕਿ ਮੈਂ ਹੀ ਉਸ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕਰਨ ਦਾ, ਮਾਰਨ ਦਾ ਹੁਕਮ ਦਿੱਤਾ ਸੀ, ਮਗਰ ਉਹ ਮੁਲਕੀ ਮਾਮਲਾ ਸੀ, ਮੁਲਕੀ ਦੇਸ਼ ਦਾ ਮਾਮਲਾ ਸੀ। ਪਰ ਵਜ਼ੀਰ ਖਾਨ ਨੇ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੋਹੀਨ ਬੇਇੱਜ਼ਤੀ ਕੀਤੀ ਹੈ। ਦੱਸ ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ। ਹੁਣ ਦੱਸੋ ਕਿ ਵਜ਼ੀਰ ਖਾਨ ਨੂੰ ਕੀ ਪਨਿਸ਼ਮੈਂਟ ਦਿੱਤੀ ਜਾਵੇ। ਡੂੰਘੀ ਸੋਚ ਵਾਲੀ ਬਾਤ ਹੈ। ਅਸਦ ਖਾਨ ਕਹਿੰਦਾ ਹੈ ਕਿ ਗੱਲ ਤਾਂ ਸੋਚਣ ਵਾਲੀ ਹੈ। ਜਾਂਪਨਾ, ਅੱਗੀ ਗੋਲਕੁੰਡਾ ਤੇ ਬੀਜਾਪੁਰ ਫਤਿਹ ਕਰਕੇ ਅਸੀਂ ਮਰਾਠਿਆਂ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਇਸ ਵਕਤ ਮੁਲਕ ਦੀ ਹਾਲਤ ਬਹੁਤ ਨਾਜ਼ੁਕ ਕਮਜ਼ੋਰ ਹੈ। ਆਖਰ ਪੰਜਾਬ ਵਿੱਚ ਵਜ਼ੀਰ ਖਾਨ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ। ਔਰੰਗਜ਼ੇਬ, ਸਭ ਪਹਿਲੂ ਮੈਂ ਅੱਛੀ ਤਰ੍ਹਾਂ ਸੋਚੇ ਹਨ, ਮੈਂ ਹਰ ਤਰਫ ਤੋਂ ਚੰਗੀ ਤਰ੍ਹਾਂ ਸੋਚ ਲਿਆ, ਮੈਨੂੰ ਕੋਈ ਠੀਕ ਰਾਹ ਨਜ਼ਰ ਨਹੀਂ ਆਉਂਦਾ। ਅਸਦ ਖਾਨ,
ਮੇਰਾ ਖਿਆਲ ਹੈ ਕਿ ਗੁਰੂ ਨੂੰ ਬਾਇੱਜ਼ਤ ਇੱਥੇ ਬੁਲਾਇਆ ਜਾਵੇ, ਬਾਇੱਜ਼ਤ ਸਨਮਾਨ ਸਹਿਤ ਇੱਥੇ ਬੁਲਾਇਆ ਜਾਵੇ। ਉਹਨਾਂ ਦੀ ਤਸੱਲੀ ਕਰਕੇ ਸੁਲ੍ਹਾ ਦੋਸਤੀ ਕੀਤੀ ਜਾਵੇ। ਔਰੰਗਜ਼ੇਬ, ਅੱਗੇ 2 ਦਫਾ ਮੈਂ ਪੈਗਾਮ ਭੇਜ ਚੁੱਕਾ ਹਾਂ, ਪੈਗਾਮ ਸੁਨੇਹਾ ਭੇਜ ਚੁੱਕਾ ਹਾਂ। ਹੁਣ ਉਹ ਪੀਰ ਕਿਸੇ ਹਾਲਤ ਵਿੱਚ ਸਾਡੀ ਕਿਸੇ ਗੱਲ 'ਤੇ ਯਕੀਨ ਨਹੀਂ ਕਰੇਗਾ। ਅਸਦ ਖਾਨ, ਉਸਨੇ ਜ਼ਫਰਨਾਮੇ ਦੇ ਅਖੀਰ ਵਿੱਚ ਕਿਆ ਲਿਖਿਆ ਹੈ? ਐਂਡ ਵਿੱਚ ਉਹਨੇ ਕੀ ਲਿਖਿਆ ਹੋਇਆ ਹੈ? ਔਰੰਗਜ਼ੇਬ, ਮੈਨੂੰ ਮਾਲਵੇ ਦੇ ਕਾਂਗੜ ਨਗਰ ਵਿੱਚ ਮਿਲਣ ਦਾ ਪੈਗਾਮ ਘੱਲਿਆ ਹੈ, ਪੈਗਾਮ ਸੁਨੇਹਾ ਘੱਲਿਆ ਭੇਜਿਆ ਹੈ। ਅਸਦ ਖਾਨ, ਇਸ ਵਕਤ ਦੱਖਣ ਵਿੱਚ ਸਾਡੀ ਹਾਲਤ ਇਤਨੀ ਖਰਾਬ ਹੈ ਕਿ ਹਜ਼ੂਰ ਇੱਕ ਦਿਨ ਲਈ ਵੀ ਇੱਧਰ ਉੱਧਰ ਨਹੀਂ ਜਾ ਸਕਦੇ। ਦੱਖਣੀ ਭਾਰਤ ਵਿੱਚ ਜਿਹੜੇ ਸਾਡੇ ਹਾਲਾਤ ਠੀਕ ਨਹੀਂ ਹੈ, ਤੁਸੀਂ ਇੱਕ ਦਿਨ ਲਈ ਵੀ ਕਿਤੇ ਨਹੀਂ ਜਾ ਸਕਦੇ ਔਰੰਗਜ਼ੇਬ। ਤਾਂ ਫਿਰ ਕਿਆ ਢੰਗ ਵਰਤਿਆ ਜਾਵੇ, ਤਾਂ ਕਿਹੜਾ ਤਰੀਕਾ ਅਪਣਾਇਆ ਜਾਵੇ? ਅਸਦ ਖਾਨ, ਹਜ਼ੂਰ ਆਪਣੇ ਹੱਥੀਂ ਖਤ ਲਿਖ ਕੇ ਇਤਬਾਰਯੋਗ ਭਰੋਸੇਯੋਗ ਕਾਸਦ ਸੁਨੇਹਾ ਦੇਣ ਵਾਲਾ, ਜਿਹੜਾ ਭਰੋਸੇਯੋਗ ਸੁਨੇਹਾ ਦੇਣ ਵਾਲਾ ਨਾ, ਉਹਦੇ ਹੱਥ ਤੁਸੀਂ ਇੱਕ ਚਿੱਠੀ ਲਿਖ ਕੇ ਭੇਜੋ। ਔਰੰਗਜ਼ੇਬ, ਜਿਵੇਂ ਕੋਈ ਗੱਲ ਜੱਚ ਗਈ ਹੁੰਦੀ ਹੈ, ਮੇਰਾ ਵੀ ਇਹੋ ਖਿਆਲ ਹੈ। ਖਾਸ ਕਾਸਦ ਨੂੰ ਭੇਜ ਕੇ ਗੁਰੂ ਨੂੰ ਸੁਲ੍ਹਾ ਸਫਾਈ ਲਈ, ਮਨਾਉਣ ਲਈ, ਦੋਸਤੀ ਕਰਨ ਲਈ ਇੱਥੇ ਬੁਲਾਉਂਦਾ ਹਾਂ। ਉਹਨਾਂ ਦੀ ਹਿਫਾਜ਼ਤ ਰੱਖਿਆ ਦਾ ਖਾਤਰ ਖਵਾ ਇੰਤਜ਼ਾਮ ਕਰਦਾ ਹਾਂ, ਕੋਈ ਖਾਸ ਇੰਤਜ਼ਾਮ ਕਰਦਾ ਹਾਂ। ਜਾਓ, ਮੀਰ ਮੁਨਸ਼ੀ ਔਰ ਦਇਆ ਸਿੰਘ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਕਰੋ, ਭੇਜੋ, ਤੇ ਮੈਂ ਤਿਆਰ ਹੋ ਕੇ ਜਲਦੀ ਆਉਂਦਾ ਹਾਂ। ਅਸਦ ਖਾਨ, ਜੋ ਹੁਕਮ ਜਾਂ ਪਨਾਹ। ਔਰੰਗਜ਼ੇਬ, ਦੇਖੋ, ਕਿਸੇ ਨਾਲ ਬਾਤ ਨਹੀਂ ਕਰਨੀ, ਕਿਸੇ ਨੂੰ ਦੱਸਣਾ ਨਹੀਂ। ਅਸਦ ਖਾਨ, ਹਰਗਿਜ਼ ਨਹੀਂ, ਬਿਲਕੁਲ ਨਹੀਂ ਜਾਂ ਪਨਾਹ। ਸਿਰ ਝੁਕਾ ਕੇ ਔਰੰਗਜ਼ੇਬ ਬੇਚੈਨ ਕਮਰੇ ਅੰਦਰ ਘੁੰਮਦਾ ਹੈ, ਫਿਰ ਮਾਲਾ ਫੇਰਨ ਲੱਗ ਜਾਂਦਾ ਹੈ। ਜਦ ਮਨ ਨੂੰ ਫਿਰ ਵੀ ਟਿਕਾ ਨਹੀਂ ਮਿਲਦਾ ਤਾਂ ਜ਼ਫਰਨਾਮਾ ਲੈ ਕੇ ਉੱਚੀ ਉੱਚੀ ਪੜ੍ਹਦਾ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਖੱਤ ਭੇਜਿਆ ਸੀ ਨਾ, ਉਹਨੂੰ ਲੈ ਕੇ ਉੱਚੀ ਉੱਚੀ ਪੜ੍ਹਨ ਲੱਗ ਜਾਂਦਾ ਹੈ। ਆਵਾਜ਼ ਉਹਦੀ ਆਵਾਜ਼ ਉਹਨੂੰ ਕੀ ਕਹਿੰਦੀ ਹੈ? ਐ ਖੁਦਾ, ਤੂੰ ਅਲੌਕਿਕ ਤਾਕਤ ਦਾ ਸਿਖਰ, ਹਮੇਸ਼ਾ ਰਹਿਣ ਵਾਲਾ ਮਿਹਰਬਾਨ ਹੈ। ਤੂੰ ਖੁਸ਼ੀਆਂ ਦੇਣ ਵਾਲਾ, ਰਾਜਕ, ਮੁਕਤੀਦਾਤਾ ਔਰ ਰਹਿਮ ਕਰਨ ਵਾਲਾ ਹੈ। ਮੈਂ ਹੁਣ ਤੇਰੀ ਕੁਰਾਨ ਦੀ ਕਸਮ ਦਾ ਕਿਆ ਇਤਬਾਰ ਭਰੋਸਾ ਕਰਾਂ? ਵਰਨਾ ਤੂੰ ਦੱਸ, ਮੇਰੀ ਲੜਾਈ ਪੜ੍ਹਾਈ ਨਾਲ ਕਿਆ ਵਾਸਤਾ? ਮੈਨੂੰ ਇਹ ਪਤਾ ਨਹੀਂ ਸੀ ਕਿ ਇਕਰਾਰ ਵਾਦਾ ਤੋੜਨ ਵਾਲਾ ਔਰੰਗਜ਼ੇਬ ਧਨ ਦੌਲਤ ਦਾ ਮੁਰੀਦ ਸੇਵਕ ਹੈ। ਧਰਮ ਈਮਾਨ ਨੂੰ ਪਰੇ ਸੁੱਟ ਦੇਣ ਵਾਲਾ ਔਰੰਗਜ਼ੇਬ, ਨਾ ਤੂੰ ਦੀਨ ਈਮਾਨ ਉੱਤੇ ਕਾਇਮ ਹੈ, ਨਾ ਤੂੰ ਸ਼ਰੀਅਤ ਉੱਤੇ, ਨਾ ਤਾਂ ਤੇਰਾ ਕੋਈ ਦੀਨ ਈਮਾਨ ਹੈ, ਨਾ ਹੀ ਜੋ ਮੁਸਲਮਾਨਾਂ ਦੀ ਸ਼ਰ੍ਹਾ ਹੁੰਦੀ ਹੈ ਤੂੰ ਉਹਦਾ ਪਾਬੰਦ ਹੈ, ਉਹਨੂੰ ਫੋਲੋ ਕਰਦਾ ਹੈ। ਨਾ ਤੈਨੂੰ ਰੱਬ ਦੀ ਪਛਾਣ ਹੈ ਅਤੇ ਨਾ ਤੇਰਾ ਹਜ਼ਰਤ ਮੁਹੰਮਦ ਉੱਤੇ ਯਕੀਨ ਹੈ। ਕੀ ਹੋਇਆ ਜੇ ਮੇਰੇ 4 ਬੇਟੇ ਮਾਰੇ ਗਏ, ਅਜੇ ਤਾਂ ਕੁੰਡਲੀਧਾਰ ਖਾਲਸਾ ਬਾਕੀ ਹੈ। ਕੀ ਹੋਇਆ ਜੇ ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਪਰ ਮੈਂ ਹਜੇ ਵੀ ਕੁੰਡਲੀਧਾਰ, ਸੱਪ ਦੀ ਇੱਕ ਕਿਸਮ ਹੈ, ਕੁੰਡਲੀ ਵਾਲਾ ਸੱਪ ਹੁੰਦਾ, ਮੈਂ ਕੁੰਡਲੀਧਾਰ ਸੱਪ ਦੀ ਤਰ੍ਹਾਂ ਮੈਂ ਹਜੇ ਖਾਲਸ ਵਿਅਕਤੀ, ਮੈਂ ਹਜੇ ਬਾਕੀ ਹਾਂ। ਮੈਂ ਤੈਨੂੰ ਤੇਰੀਆਂ ਕੀਤੀਆਂ ਯਾਦ ਕਰਾਉਣ ਲਈ ਬੈਠਾ ਹਾਂ। ਜੀਨਤ ਬੇਟੀ ਨੂੰ ਆਉਂਦੀ ਦੇਖ ਕੇ ਇੱਕਦਮ ਚੁੱਪ ਹੋ ਜਾਂਦਾ ਹੈ ਅਤੇ ਜ਼ਫਰਨਾਮਾ ਲੁਕਾ ਦਿੰਦਾ ਹੈ, ਛੁਪਾ ਦਿੰਦਾ ਹੈ। ਜੀਨਤ, ਅੱਬਾ ਜਾਨ, ਮੈਂ ਕਈ ਸਾਲਾਂ ਤੋਂ ਆਪ ਦੀ ਦਿਲੋਂ ਖਿਦਮਤ ਸੇਵਾ ਕਰ ਰਹੀ ਹਾਂ, ਪਰ ਅਫਸੋਸ ਮੈਂ ਆਪ ਦਾ ਯਕੀਨ ਹਾਸਲ ਨਹੀਂ ਕਰ ਸਕੀ, ਭਰੋਸਾ। ਔਰੰਗਜ਼ੇਬ, ਬੇਟੀ ਤੂੰ ਗਲਤ ਸਮਝ ਰਹੀ ਹੈ, ਮੈਨੂੰ ਆਪਣੇ ਆਪ 'ਤੇ ਵੀ ਯਕੀਨ ਨਹੀਂ ਰਿਹਾ।
ਤੂੰ ਮੈਨੂੰ ਗਲਤ समझ रही है, मैंने तो अपने आप पे भी भरोसा नहीं है। जीनत अब्बा जान, आप मेरे पासों कोई भेद छुपा रहे हो, कोई रहस्य लुको रहे हो जो आपदे मन ਨੂੰ ਪਰੇਸ਼ਾਨ ਕਰ ਰਿਹਾ ਹੈ। ਔਰੰਗਜ਼ੇਬ, ਬੇਟੀ ਤੂੰ ਇਹਨਾਂ ਬਾਤਾਂ ਵਿੱਚ ਨਾ ਹੀ ਪਵੇਂ ਤਾਂ ਅੱਛਾ, ਤੂੰ ਇਹਨਾਂ ਗੱਲਾਂ ਵਿੱਚ ਨਾ ਹੀ ਪਏ ਤਾਂ ਠੀਕ ਹੈ। जीनत ਜਾਂ ਪਨਾਹ, ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਫਰਮਾਓ, ਮੈਨੂੰ ਦੱਸੋ। औरंगजेब, बेटी ठहर, तू नाराज हो गई, तू गुस्से हो गई, सारी दुनिया ही मेरे कोलों तंग है, मेरे तो परेशान है। जीनत अब्बा जान, मैनू दुख है कि तुसी मेरे उत्ते इतबार नहीं करते, तुसी मेरे उत्ते भरोसा नहीं करते। औरंगजेब, बेटी सच जानना चाहनी है। जीनत, तुहाडी भलाई खातर अब्बा जान, तुहाडी भलाई लई मैं सच जानना चाहनी हाँ पिता जी। औरंगजेब, ਇਹ ਭੇਦ ਦੱਸਦਿਆਂ ਮੈਨੂੰ ਡਰ ਲੱਗ ਰਿਹਾ ਹੈ। ਮੇਰੀ ਬੇਟੀ ਮੈਨੂੰ ਨਿਹਾਇਤ ਬਹੁਤ ਘਟੀਆ ਇਨਸਾਨ ਖਿਆਲ ਕਰਨ ਲੱਗ ਜਾਏਗੀ। ਜੇ ਮੈਂ ਤੈਨੂੰ ਇਹ ਦੱਸ ਦਿੱਤਾ ਨਾ ਤਾਂ ਤੂੰ ਮੈਨੂੰ ਘਟੀਆ ਇਨਸਾਨ ਸਮਝੇਂਗੀ। ਅੱਗੇ ਉਹ ਮੇਰੀਆਂ ਬੁਰੀਆਂ ਆਦਤਾਂ ਤੋਂ ਅੱਛੀ ਤਰ੍ਹਾਂ ਵਾਕਫ ਹੋ। जीनत अब्बा जान, ਇਹ ਕਿਸੇ ਹਾਲਤ ਵਿੱਚ ਨਹੀਂ ਹੋ ਸਕਦਾ। ਮੈਂ ਸਮਝਦੀ ਹਾਂ ਆਪ ਇਨਸਾਨ ਵਾਲੀਆਂ ਬਹੁਤ ਖੂਬੀਆਂ ਹਨ। ਤੁਹਾਡੇ ਵਿੱਚ ਪਹਿਲੇ ਨੰਬਰ ਵਾਲੇ ਮਤਲਬ ਅੱਛੇ ਇਨਸਾਨ ਵਾਲੀਆਂ ਬਹੁਤ ਸਾਰੀਆਂ ਕੁਆਲਿਟੀਜ਼ ਹਨ, ਖੂਬੀਆਂ ਹਨ। ਕਮੀਆਂ ਕਿਸੇ ਇਨਸਾਨ ਵਿੱਚ ਨਹੀਂ ਹੁੰਦੀਆਂ। ਜੇ ਕਿਸੇ 'ਚ ਖੂਬੀਆਂ ਹੁੰਦੀਆਂ, ਕੁਆਲਿਟੀਜ਼ ਹੁੰਦੀਆਂ ਤਾਂ ਉਹਦੇ 'ਚ ਕਮੀਆਂ ਵੀ ਹੁੰਦੀਆਂ। ਮੈਂ ਫ਼ੌਰਨ ਜਾਣਨਾ ਚਾਹੁੰਦੀ ਹਾਂ, ਫ਼ੌਰਨ ਹੁਣੇ ਇਸੇ ਵਕਤ ਜਾਣਨਾ ਚਾਹੁੰਦੀ ਹਾਂ ਕਿ ਕਿਹੜਾ ਭੇਤ ਰਾਤ ਦਾ ਤੁਹਾਡੇ ਦਿਮਾਗ ਨੂੰ ਪਰੇਸ਼ਾਨ ਕਰ ਰਿਹਾ। ਉਹ ਕਿਹੜਾ ਰਹੱਸ ਹੈ ਜਿਹਨੇ ਰਾਤ ਦਾ ਤੁਹਾਨੂੰ ਪਰੇਸ਼ਾਨ ਕਰ ਰੱਖਿਆ ਹੈ। ਔਰੰਗਜ਼ੇਬ, ਬੇਟੀ ਗੁਰੂ ਗੋਬਿੰਦ ਸਿੰਘ ਦਾ ਪੰਜਾਬ ਤੋਂ ਆਹ ਦੂਜਾ ਖੱਤ ਆਇਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਦੂਸਰਾ ਖੱਤ ਆਇਆ ਹੈ। ਜੀਨਤ, ਤੁਸੀਂ ਪਹਿਲਾਂ ਵੀ ਮੇਰੇ ਪਾਸੋਂ ਛੁਪਾਈ ਰੱਖਿਆ, ਤੁਸੀਂ ਪਹਿਲੇ ਬਾਰੇ ਵੀ ਮੈਨੂੰ ਨਹੀਂ ਦੱਸਿਆ। ਔਰੰਗਜ਼ੇਬ, ਕਿਉਂਕਿ ਤੂੰ ਮੁਅੱਜ਼ਮ ਹਮੇਸ਼ਾ ਗੁਰੂ ਦੇ ਹੱਕ ਵਿੱਚ ਬੋਲਦੇ ਰਹੇ ਹੋ। ਤੁਸੀਂ ਤੇ ਮੁਅੱਜ਼ਮ ਦੋਨੋਂ ਹਮੇਸ਼ਾ ਗੁਰੂ ਦਾ ਪਕਸ਼ ਲੈਂਦੇ ਰਹੇ ਹੋ। ਹੱਕ ਵਿੱਚ ਬੋਲਣਾ, ਉਹਦੇ ਪਕਸ਼ ਵਿੱਚ ਬੋਲਦੇ ਰਹੇ ਹੋ। ਸ਼ਾਇਦ ਨੰਦ ਲਾਲ ਗੋਇਆ ਦੇ ਅਸਰ ਕਰਕੇ, ਸ਼ਾਇਦ ਤੁਹਾਡੇ ਉੱਤੇ ਨੰਦ ਲਾਲ ਦਾ ਗੋਇਆ ਦਾ ਅਸਰ ਹੈ। ਜੀਨਤ, ਇਸ ਖੱਤ ਵਿੱਚ ਐਸੀ ਕਿਹੜੀ ਬਾਤ ਹੈ ਜੋ ਮੇਰੇ ਅੱਬਾ ਹਜ਼ੂਰ ਦੀ ਜ਼ਮੀਰ ਨੂੰ ਹਲੂਣ ਰਹੀ ਹੈ, ਜੋ ਮੇਰੇ ਅੱਬਾ ਪਿਤਾ ਜੀ ਦੀ ਆਤਮਾ ਨੂੰ ਝੰਜੋੜ ਰਹੀ ਹੈ, ਹਲੂਣ ਰਹੀ ਹੈ, ਝੰਜੋੜ ਰਹੀ ਹੈ। ਔਰੰਗਜ਼ੇਬ, ਉਸ ਪੀਰ ਨਾਲ ਮੇਰੇ ਹੱਥੋਂ ਸਖਤ ਧੋਖਾ ਹੋਇਆ ਹੈ। ਮਤਲਬ ਮੈਂ ਉਸ ਪੀਰ ਨਾਲ ਧੋਖਾ ਕੀਤਾ ਹੈ, ਬਹੁਤ ਵੱਡਾ ਧੋਖਾ ਕੀਤਾ ਹੈ। ਬਾਬਰ ਨੇ ਬਾਬਾ ਨਾਨਕ ਅੱਗੇ ਸਿਰ ਝੁਕਾਇਆ ਸੀ, ਪਰ ਮੈਂ ਉਸ ਗੁਰੂ ਘਰ ਨਾਲ ਮੱਥਾ ਲਾਇਆ ਹੈ। ਬਾਬਰ ਨੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ ਮੱਥਾ ਟੇਕ ਦਿੱਤਾ ਸੀ, ਪਰ ਮੈਂ ਉਸ ਗੁਰੂ ਘਰ ਦੇ ਵਿਅਕਤੀ ਨਾਲ ਕੀ ਹੈ, ਮੱਥਾ ਲਾ ਲਿਆ, ਟੱਕਰ ਲੈ ਲਈ। ਜੀਨਤ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵੱਲ ਇਸ਼ਾਰਾ ਕਰ ਰਹੇ ਹੋ। ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਗੱਲ ਕਰ ਰਹੇ ਹੋ ਪਿਤਾ ਜੀ। ਔਰੰਗਜ਼ੇਬ, ਨਹੀਂ, ਇਸ ਖੱਤ ਦਾ ਨਾਂ ਹੈ ਜ਼ਫਰਨਾਮਾ। ਯਕੀਨਨ ਗੁਰੂ ਦੀ ਫਤਿਹ ਔਰ ਮੇਰੀ ਸ਼ਿਕਸਤ ਹੋਈ ਹੈ। ਫਤਿਹ ਜਿੱਤ ਔਰ ਸ਼ਿਕਸਤ ਹਾਰ। ਕਿ ਮੈਨੂੰ ਐਂ ਲੱਗਦਾ ਹੈ ਕਿ ਇਸ ਨਾਲ ਗੁਰੂ ਜਿੱਤ ਗਿਆ ਔਰ ਮੈਂ ਹਾਰ ਗਿਆ। ਜੀਨਤ, ਕਾਹਲੀ ਪੈ ਕੇ ਤੇਜ਼ੀ ਨਾਲ, ਐਕਸਾਈਟਿਡ ਹੋ ਕੇ, ਮੈਨੂੰ ਕੁਝ ਸਮਝ ਨਹੀਂ ਆਇਆ ਅੱਬਾ ਜਾਨ। ਔਰੰਗਜ਼ੇਬ, ਵਜ਼ੀਰ ਖਾਨ ਨੇ ਮੇਰੇ ਨਾਂ 'ਤੇ ਝੂਠੀਆਂ ਕਸਮਾਂ ਖਾ ਕੇ ਗੁਰੂ ਨੂੰ ਆਨੰਦਪੁਰ ਤੋਂ ਕਢਵਾਇਆ, ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ। ਜੀਨਤ, ਅੱਬਾ ਜਾਨ, ਇਹ ਹਥਿਆਰ ਤਾਂ ਤੁਸੀਂ ਰੋਜ਼ ਮਰਾਠਿਆਂ ਦੇ ਖਿਲਾਫ ਇਸਤੇਮਾਲ ਕਰਦੇ ਹੋ। ਇਹ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਮਰਾਠਿਆਂ ਦੇ ਵਿਰੁੱਧ ਇਹ ਟ੍ਰਿਕ ਅਪਣਾਉਂਦੇ ਹੋ। ਔਰੰਗਜ਼ੇਬ, ਪਰ ਮੈਂ ਮੁਕੱਦਮ ਕੁਰਾਨ ਦੀ ਕਸ਼ਰੀਮ ਕਦੇ ਨਹੀਂ ਖਾਧੀ, ਪਰ ਮੈਂ ਉਸ ਪਵਿੱਤਰ ਕੁਰਾਨ ਦੀ ਜਿਹੜੀ ਝੂਠੀ ਸਹੁੰ ਕਦੇ ਨਹੀਂ ਖਾਧੀ, ਕਸਮ ਸਹੁੰ। ਜੀਨਤ, ਅੱਬਾ, ਤੁਸੀਂ ਅਸਲ ਗੱਲ ਅਜੇ ਵੀ ਛੁਪਾ ਰਹੇ ਹੋ। ਤੁਹਾਡਾ ਚਿਹਰਾ ਸਾਫ਼ ਦੱਸਦਾ ਹੈ। ਔਰੰਗਜ਼ੇਬ, ਗੁਰੂ ਦੇ ਵੱਡੇ 2 ਬੇਟੇ ਲੜਦੇ ਹੋਏ ਮਾਰੇ ਗਏ। ਗੁਰੂ ਜੀ ਦੇ 2 ਪੁੱਤਰ ਮਾਰੇ ਗਏ ਹਨ। ਜੀਨਤ, ਛੋਟੇ ਤਾਂ ਸਹੀ ਸਲਾਮਤ ਹਨ,
ਔਰੰਗਜ਼ੇਬ, ਇਹ ਗੱਲ ਮੇਰੇ ਪਾਸੋਂ ਨਾ ਪੁੱਛ, ਇਸ ਬਾਰੇ ਮੈਂ ਤੈਨੂੰ ਨਹੀਂ ਦੱਸ ਸਕਦਾ। ਜੀਨਤ, ਅੱਬਾ ਜਾਨ, ਮਨ ਦਾ ਭਾਰ ਹੌਲਾ ਕਰੋ, ਮਨ ਦਾ ਭਾਰ ਹਲਕਾ ਕਰ ਲਓ। ਔਰੰਗਜ਼ੇਬ, ਵਜ਼ੀਰ ਖਾਨ ਨੇ ਗੁਰੂ ਦੇ ਦੋਵੇਂ ਛੋਟੇ ਬੇਟੇ ਜਿਉਂਦੇ ਨੀਹਾਂ ਵਿੱਚ ਚਿਣਾ ਕੇ ਮਰਵਾ ਦਿੱਤੇ। ਵਜ਼ੀਰ ਖਾਨ ਨੇ ਕੀ ਕੀਤਾ ਕਿ ਛੋਟੇ ਪੁੱਤਰਾਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣਾ ਦਿੱਤਾ, ਨੀਮ ਵਿੱਚ ਚਿਣਵਾ ਕੇ ਮਾਰ ਦਿੱਤਾ। ਜੀਨਤ ਚੀਕ ਮਾਰ ਕੇ ਬੇਹੋਸ਼ੀ ਵਿੱਚ ਚੀਕ ਮਾਰਦੀ ਹੈ, ਬੇਹੋਸ਼ ਹੋ ਜਾਂਦੀ ਹੈ। ਅੱਬਾ ਜਾਨ, ਤਾਂ ਜ਼ੁਲਮ ਦੀ ਇੰਤਹਾ ਹੋ ਗਈ, ਇੰਤਹਾ ਹੱਦ ਹੋ ਗਈ ਹੈ ਜ਼ੁਲਮ ਦੀ, ਅਤਿਆਚਾਰ ਦੀ। ਖੁਦਾ ਤੁਹਾਨੂੰ ਕਦੇ ਮਾफ़ ਨਹੀਂ ਕਰੇਗਾ। ਜਿਹੜਾ ਅੱਲਾ ਹੈ ਨਾ, ਤੁਹਾਨੂੰ ਇਸ ਚੀਜ਼ ਲਈ ਕਦੇ ਮਾफ़ੀ ਨਹੀਂ ਦੇਵੇਗਾ। ਔਰੰਗਜ਼ੇਬ, ਬੇਟੀ, ਇਸ ਵਾਸਤੇ ਮੈਂ ਇਹ ਖਬਰ ਦੱਸਣ ਤੋਂ ਘਬਰਾਉਂਦਾ ਸੀ। ਤੂੰ ਤੇ ਮੁਅੱਜ਼ਮ ਹਮੇਸ਼ਾ ਮੈਨੂੰ ਇਸ ਰਾਹ ਤੋਂ ਰੋਕਦੇ ਰਹੇ, ਮੈਨੂੰ ਤੁਸੀਂ ਰੋਕਦੇ ਰਹੇ, ਪਰ ਮੈਨੂੰ ਗਲਤ ਖਬਰ ਪੁੱਜਦੀਆਂ ਰਹੀਆਂ, ਪਰ ਮੈਨੂੰ ਜਿਹੜੀ ਰਿਪੋਰਟ ਗਲਤ ਮਿਲਦੀ ਰਹੀ। ਜੀਨਤ ਰੋਂਦੀ ਹੋਈ, ਅੱਬਾ ਜਾਨ, ਤੁਹਾਡਾ ਬਾਗੀ ਬੇਟਾ ਅਕਬਰ ਫੌਤ ਹੋਇਆ ਸੀ, ਮਰਿਆ ਸੀ। ਅਕਬਰ ਜਿਹੜਾ ਤੁਹਾਡੇ ਖਿਲਾਫ ਸੀ, ਬਾਗੀ ਵਿਦਰੋਹ ਕਰਦਾ ਸੀ, ਬੇਟਾ ਅਕਬਰ ਜਦੋਂ ਫੌਤ ਹੋਇਆ ਸੀ, ਮਰਿਆ ਸੀ, ਤਾਂ ਤੁਸੀਂ ਕਿੰਨਾ ਰੋਏ ਸੀ ਅਤੇ ਤੁਹਾਨੂੰ ਕਿੰਨਾ ਦੁੱਖ ਹੋਇਆ ਸੀ, ਰੋਏ। ਜਿਸ ਵਕਤ ਤੁਹਾਡੀ ਬਾਗੀ ਸ਼ਾਇਰ ਬੇਟੀ ਜੇਬ ਨਿਸ਼ਾ ਚੱਲ ਵਸੀ ਤਾਂ ਤੁਸੀਂ ਜ਼ਾਰੋ ਜ਼ਾਰ ਰੋਏ, ਤਾਂ ਵੀ ਤੁਸੀਂ ਬਹੁਤ ਰੋਏ ਜਦੋਂ ਤੁਹਾਡੀ ਬੇਟੀ ਗੁਜ਼ਰੀ। ਪਰ ਅੱਜ ਮਾਸੂਮ ਬੱਚਿਆਂ ਦੀ ਸ਼ਹੀਦੀ 'ਤੇ ਤੁਸੀਂ ਚੁੱਪ ਖੜ੍ਹੇ ਹੋ। ਉਹ ਜਿਹੜੇ ਮਾਸੂਮ ਬੱਚੇ ਨੀਹਾਂ ਵਿੱਚ ਨਾ ਦਿੱਤੇ ਗਏ ਤਾਂ ਤੁਸੀਂ ਚੁੱਪ ਹੋ। ਕੀ ਤੁਹਾਨੂੰ ਰੋਣਾ ਨਹੀਂ ਆ ਰਿਹਾ? ਕੀ ਤੁਹਾਨੂੰ ਦੁੱਖ ਨਹੀਂ ਹੋ ਰਿਹਾ? ਔਰੰਗਜ਼ੇਬ, ਬੇਟੀ, ਅੱਜ ਮੇਰੀ ਰੂਹ ਰੋ ਰਹੀ ਹੈ, ਮੈਂ ਨਹੀਂ ਰੋ ਰਿਹਾ, ਮੇਰੀ ਆਤਮਾ ਰੋ ਰਹੀ ਹੈ। ਮੇਰਾ ਰੋਮ ਰੋਮ ਕੰਬ ਰਿਹਾ ਹੈ, ਮੇਰੇ ਸਰੀਰ ਦਾ ਰੋਮ ਰੋਮ ਜਿਹੜਾ ਹੈ ਉਹ ਕੰਬ ਰਿਹਾ ਹੈ। ਸਾਰੀ ਰਾਤ ਮੈਂ ਸੂਲੀ 'ਤੇ ਟੰਗਿਆ ਰਿਹਾ, ਸੂਲੀ ਉੱਪਰ ਲਟਕਿਆ ਰਿਹਾ ਸਾਰੀ ਰਾਤ। 7 ਔਰ 9 ਸਾਲਾਂ ਦੇ ਬੱਚਿਆਂ ਉੱਤੇ ਜ਼ੁਲਮ ਕਰਨ ਦੀ ਇਸਲਾਮ ਹਰਗਿਜ਼ ਇਜਾਜ਼ਤ ਨਹੀਂ ਦਿੰਦਾ। ਇਹ ਛੋਟੇ ਬੱਚਿਆਂ ਉੱਤੇ ਇਸ ਤਰ੍ਹਾਂ ਦੀ ਜਿਹੜੀ ਹੈ ਕਹਿਰ ਕਰਨ ਦੀ ਜਿਹੜੀ ਇਜਾਜ਼ਤ ਇਸਲਾਮ ਧਰਮ ਨਹੀਂ ਦਿੰਦਾ, ਮਗਰ ਮੈਂ ਮਜਬੂਰ ਹਾਂ, ਪਰ ਮੈਂ ਮਜਬੂਰ ਹਾਂ। ਜੀਨਤ, ਤੁਸੀਂ ਵਜ਼ੀਰ ਖਾਨ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਸਿੱਖਾਂ ਦਾ ਦਿਲ ਠੰਡਾ ਕਰ ਸਕਦੇ ਹੋ। ਜੀਨਤ ਕਹਿੰਦੀ ਹੈ ਕਿ ਜੇ ਤੁਸੀਂ ਸਿੱਖਾਂ ਦੇ ਦਿਲ ਨੂੰ ਕੁਝ ਚੈਨ ਦੇਣਾ ਚਾਹੁੰਦੇ ਹੋ ਤਾਂ ਵਜ਼ੀਰ ਖਾਨ ਨੂੰ ਕੁਝ ਸਟ੍ਰਿਕਟ ਸਜ਼ਾ ਦਿਓ। ਔਰੰਗਜ਼ੇਬ, ਬੇਟੀ, ਬਸ ਇਹੋ ਗਮ ਹੈ ਕਿ ਮੈਂ ਇਸ ਵਕਤ ਉਸਨੂੰ ਸਜ਼ਾ ਨਹੀਂ ਦੇ ਸਕਦਾ, ਰੱਬ ਹੀ ਉਸਨੂੰ ਸਜ਼ਾ ਦੇਵੇਗਾ। ਜੀਨਤ, ਗੁੱਸੇ ਦੇ ਪਾਗਲਪਨ ਵਿੱਚ ਸਜ਼ਾ ਵੀ ਨਹੀਂ ਦੇ ਸਕਦੇ? ਕਿਉਂ? ਫਿਰ ਅੱਬਾ, ਤੁਹਾਡੇ ਇਸ਼ਾਰੇ 'ਤੇ ਹੀ ਇਹ ਗੁਨਾਹ ਹੋਇਆ ਹੈ, ਫਿਰ ਤੁਸੀਂ ਹੀ ਉਹਨੂੰ ਆਰਡਰ ਕੀਤਾ ਹੋਏਗਾ ਇਹ ਗੁਨਾਹ, ਇਹ ਪਾਪ ਕਰਨ ਲਈ। ਭਰਾਵਾਂ ਨੂੰ ਕਤਲ ਕਰਨ ਨਾਲੋਂ ਵੀ ਕਿੰਨਾ ਭਾਰੀ ਹੈ ਇਹ ਜਿਹੜਾ ਗੁਨਾਹ ਹੈ ਨਾ, ਤੁਸੀਂ ਆਪਣੇ ਭਰਾਵਾਂ ਦਾ ਜਿਹੜਾ ਕਤਲ ਕੀਤਾ ਸੀ ਉਸ ਤੋਂ ਵੀ ਜ਼ਿਆਦਾ ਭਾਰੀ ਹੈ ਇਹ ਗੁਨਾਹ। ਅੱਬਾ, ਤੁਹਾਡੀ ਰੂਹ ਨੂੰ ਕਦੀ ਚੈਨ ਨਹੀਂ ਆਏਗਾ, ਤੁਹਾਡੀ ਆਤਮਾ ਨੂੰ ਕਦੇ ਵੀ ਚੈਨ ਨਹੀਂ ਮਿਲੇਗਾ। ਜੀਨਤ ਕਹਿੰਦੀ ਹੈ ਆਪਣੇ ਬਾਪ ਨੂੰ, ਔਰੰਗਜ਼ੇਬ, ਬੇਟੀ, ਮੇਰੀ ਬਾਤ ਤਾਂ ਸੁਣ, ਮੇਰੀ ਗੱਲ ਸੁਣ, ਮੈਂ ਠੀਕ ਹਾਂ, ਭਾਰੀ ਗੁਨਾਹਗਾਰ ਹਾਂ, ਗੁਨਾਹਗਾਰ ਪਾਪੀ ਹਾਂ। ਇਹ ਰੂਹਾਨੀ ਗਮ ਮੈਨੂੰ ਜਲਦੀ ਖ਼ਤਮ ਕਰ ਦੇਵੇਗਾ। ਜਿਹੜਾ ਅੰਦਰ ਮੈਨੂੰ ਆਤਮਾ ਨੂੰ ਜਿਹੜੇ ਮੇਰੇ ਦੁੱਖ ਲੱਗ ਗਿਆ ਨਾ, ਮੈਨੂੰ ਪਤਾ ਇਸ ਨਾਲ ਮੈਂ ਜਲਦੀ ਖ਼ਤਮ ਹੋ ਜਾਵਾਂਗਾ। ਮੈਂ ਇਸ ਦੀ ਤਲਾਫੀ ਚਾਹੁੰਦਾ ਹੋਇਆ ਵੀ ਬੇਬਸ ਹਾਂ, ਮੈਂ ਇਸ ਚੀਜ਼ ਤੋਂ ਮਾफ़ੀ ਚਾਹੁੰਦਾ ਹੋਇਆ ਵੀ ਬੇਬਸ ਹਾਂ। ਮੈਂ ਕੁਛ ਨਹੀਂ ਕਰ ਸਕਦਾ, ਮੇਰੇ ਹੱਥ ਵਿੱਚ ਕੁਝ ਨਹੀਂ ਹੈ। ਜੀਨਤ, ਅੱਬਾ, ਤੂੰ ਮੁਸਲਮਾਨ ਹੁੰਦਾ ਹੋਇਆ ਵੀ ਰੱਬ ਨੂੰ ਨਹੀਂ ਪਛਾਣ ਸਕਿਆ? ਤੂੰ ਰੱਬ ਤੋਂ ਡਰਦਾ ਜ਼ਰੂਰ ਹੈ ਮਗਰ ਉਸਨੂੰ ਪਿਆਰ ਨਹੀਂ ਕਰਦਾ, ਇਸ ਕਰਕੇ ਉਸ ਦੀ ਖਲਕ ਪ੍ਰਜਾ ਨੂੰ ਸਾਰੀ ਉਮਰ ਦੁਖੀ ਕੀਤਾ। ਖੁਦਾ ਰਹਿਮ ਕਰੇ, ਪਰਮਾਤਮਾ ਤੁਹਾਡੇ 'ਤੇ ਰਹਿਮ ਕਰੇ। ਔਰੰਗਜ਼ੇਬ, ਬੇਟੀ, ਮੈਂ ਸਭ ਕੁਝ ਸਮਝਦਾ ਹਾਂ, ਲੋਕੀ ਮੈਨੂੰ ਇਨਸਾਨ ਵੀ ਖਿਆਲ ਨਹੀਂ ਕਰਨਗੇ। ਮੈਂ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜੀ ਹਾਰ ਗਿਆ ਹਾਂ। ਮੈਂ ਬਹੁਤ ਲੜਾਈਆਂ ਜਿੱਤੀਆਂ ਪਰ ਮੈਂ ਇਹ ਜ਼ਿੰਦਗੀ ਦੀ ਬਾਜੀ ਹਾਰ ਗਿਆ। ਮੈਂ ਖਾਲੀ ਹੱਥ ਇਸ ਦੁਨੀਆ ਵਿੱਚ ਆਇਆ ਹਾਂ। ਗੁਨਾਹਾਂ ਦੇ ਭਾਰੀ
ਦੇ ਭਾਰ ਨਾਲ ਲੱਦਿਆ ਜਾਵਾਂਗਾ। ਬੇਟੀ ਜੀਨਤ, ਤੂੰ ਮੇਰੀ ਆਖਰੀ ਉਮਰ ਦਾ ਸਹਾਰਾ ਹੈ। ਠਹਿਰ, ਬੁਝੇ ਰਹੇ ਦੀਵੇ ਨੂੰ ਫੂਕ ਨਾ ਮਾਰ। ਮੈਂ ਉਸ ਦੀਪਕ ਦੀ ਤਰ੍ਹਾਂ ਜਿਹੜਾ ਜਿਸ ਦਾ ਅੰਤ ਨਜ਼ਦੀਕ ਹੈ, ਬੁਝਣ ਵਾਲਾ ਹੈ। ਤੂੰ ਫੂਕ ਨਾ ਮਾਰ ਮਤਲਬ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰ। ਮੇਰੀਆਂ ਯਾਦਾਂ ਕੌੜੀਆਂ ਜ਼ਹਿਰ ਹਨ। ਮੈਂ ਆਪਣੇ ਬੇਟਿਆਂ ਦੇ ਨਾਮ ਵਸੀਅਤ ਲਿਖਣੀ ਚਾਹੁੰਦਾ ਹਾਂ। ਬੇਟੀਆਂ ਦੇ ਨਾਂ। ਬੇਟੀ ਜ਼ੀਨਤ, ਮੇਰੀ ਮਦਦ ਕਰ। ਦੀਵੇ ਟਿਮਟਿਮਾਉਂਦੇ ਹਨ। ਔਰੰਗਜ਼ੇਬ, ਜੀਨਤ ਬੇਟੀ ਕਰਦਾ ਹੋਇਆ ਕਮਰੇ ਦੇ ਬਾਹਰ ਲੜਖੜਾਉਂਦਾ ਹੋਇਆ ਚਲਾ ਜਾਂਦਾ ਹੈ ਅਤੇ ਪਰਦਾ ਡਿੱਗ ਪੈਂਦਾ ਹੈ। ਇਕਾਂਗੀ ਇੱਥੇ ਹੀ ਖਤਮ ਹੁੰਦੀ ਹੈ। ਬੇਟਾ ਇਹ ਇਕਾਂਗੀ ਧਿਆਨ ਨਾਲ ਪੜ੍ਹ ਲੈਣਾ। ਇੰਟਰਨਲ ਕੁਐਸਚਨ ਕਿਤੋਂ ਵੀ ਬਣ ਸਕਦਾ ਹੈ। ਕਿਸੇ ਵਰਡ ਦਾ ਮੀਨਿੰਗ ਪੁੱਛਿਆ ਜਾ ਸਕਦਾ ਹੈ, ਕਿਸੇ ਦਾ ਨਾਮ ਪੁੱਛਿਆ ਜਾ ਸਕਦਾ ਹੈ। ਇਕਾਂਗੀ ਧਿਆਨ ਨਾਲ ਰੀਡ ਕਰਨਾ। ਥੈਂਕ ਯੂ।